सत श्री अकाल जी सारिਆਂ ਨੂੰ स्वागत करदी हाँ मैं तुहाडा अपने चैनल मैथ विद सुमनप्रीत कौर ते मैं हाँ सुमनप्रीत कौर। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਕਰਾਂਗੇ। ਜਿਹੜੇ ਵੀ ਸਟੂਡੈਂਟ ਪੰਜਾਬ ਪੁਲਿਸ ਕਾਂਸਟੇਬਲ ਸਬ ਇੰਸਪੈਕਟਰ ਇਸ ਤੋਂ ਇਲਾਵਾ PPSC ਦੇ ਐਗਜ਼ਾਮ ਜਾਂ ਫਿਰ UPSC ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤਾਂ ਉਹਨਾਂ ਦੇ ਲਈ ਇੱਕ ਕਾਮਨ ਟੌਪਿਕ ਆ ਸਿੱਖ ਧਰਮ। ਸਿੱਖ ਧਰਮ ਦੇ ਨਾਲ ਰਿਲੇਟਡ ਜਿੰਨੇ ਵੀ ਤੁਹਾਡੇ ਲਈ ਇੰਪੋਰਟੈਂਟ MCQ ਬਣ ਸਕਦੇ ਆ ਉਹ ਅਸੀਂ ਟੌਪਿਕ ਵਾਈਜ਼ ਕਵਰ ਕਰਾਂਗੇ। ਪਹਿਲਾਂ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਡ ਕਵਰ ਕਰਾਂਗੇ, ਫਿਰ ਸ਼੍ਰੀ ਗੁਰੂ ਅੰਗਦ ਦੇਵ ਜੀ, ਅਸੀਂ ਸਾਰੇ ਹੀ 10 ਗੁਰੂ ਸਾਹਿਬਾਨ, ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਮਹਾਰਾਜਾ ਰਣਜੀਤ ਸਿੰਘ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਜਿੰਨੇ ਬਣ ਸਕਦੇ ਆ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਉਹ ਸਾਰੇ ਕਵਰ ਕਰਾਂਗੇ। ਪਰ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ 2 ਮਿੰਟ ਦੇ ਵਿੱਚ ਕੁਝ ਦੱਸ ਦੇਣਾ ਚਾਹੁੰਦੀ ਹਾਂ, ਤੁਹਾਡੇ 2 ਮਿੰਟ ਲੈਣਾ ਚਾਹੁੰਦੀ ਹਾਂ। ਤਾਂ ਇਸ 2 ਮਿੰਟ ਦੇ ਵਿੱਚ ਮੈਂ ਤੁਹਾਨੂੰ ਕੁਝ ਇੰਪੋਰਟੈਂਟ ਇਨਫੋਰਮੇਸ਼ਨ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦਾ ਸਿਲੇਬਸ ਉਠਾ ਕੇ ਦੇਖ ਲਓ, ਜੋ ਵੀ ਹਿਸਟਰੀ ਪੁੱਛੀ ਜਾਂਦੀ ਹੈ ਉਹਨਾਂ ਨੇ ਲਿਖਿਆ ਹੁੰਦਾ 14th ਸੈਂਚੁਰੀ ਔਨਵਰਡ, ਯਾਨੀ ਕਿ 14ਵੀਂ ਸਦੀ ਤੋਂ ਅੱਗੇ। 14ਵੀਂ ਸਦੀ ਤੋਂ ਅੱਗੇ ਵਾਲੀ ਹਿਸਟਰੀ ਤੁਹਾਡੇ ਲਈ ਇੰਪੋਰਟੈਂਟ ਆ। 14ਵੀਂ ਸਦੀ ਕਿਹੜੀ ਆ? 1301 ਤੋਂ ਲੈ ਕੇ 1400 ਤੇ 1400 ਤੋਂ ਅੱਗੇ ਦੀ ਗੱਲ ਹੋ ਰਹੀ ਹੈ ਇਹਦਾ ਮਤਲਬ, ਠੀਕ ਹੈ। ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤੁਹਾਨੂੰ ਇਹੀ ਲਿਖਿਆ ਮਿਲੇਗਾ ਸਿਲੇਬਸ ਦੇ ਵਿੱਚ ਹਿਸਟਰੀ ਆਫ 14th ਸੈਂਚੁਰੀ ਔਨਵਰਡ, ਠੀਕ ਹੈ। ਤੇ ਉਸ ਦੇ ਵਿੱਚ ਜੋ ਸਾਡੇ ਕੋਲੇ ਹਿਸਟਰੀ ਇੰਪੋਰਟੈਂਟ ਆਉਂਦੀ ਆ ਉਹ ਆਉਂਦੀ ਆ ਸਿੱਖ ਗੁਰੂਜ਼ ਦੇ ਨਾਲ ਰਿਲੇਟਡ। ਤੇ ਸਿੱਖ ਗੁਰੂਜ਼ ਨਾਲ ਰਿਲੇਟਡ ਤੁਹਾਨੂੰ 3 ਤੋਂ ਲੈ ਕੇ 4 ਨੰਬਰ ਦੇ MCQ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਆ। ਤੁਹਾਨੂੰ ਪਤਾ ਹੋਵੇਗਾ ਜਿਹੜੇ ਸਟੂਡੈਂਟ ਆਲਰੇਡੀ ਕੋਈ ਨਾ ਕੋਈ ਐਗਜ਼ਾਮ ਦਿੰਦੇ ਰਹਿੰਦੇ ਆ, ਜਾਂ ਤਾਂ MCQ ਬਹੁਤ ਜ਼ਿਆਦਾ ਸਿੰਪਲ ਹੁੰਦੇ ਆ ਤੇ ਜਾਂ ਫਿਰ ਇਸ ਤਰ੍ਹਾਂ ਦੇ ਹੁੰਦੇ ਆ ਕਿ ਅਸੀਂ ਕਨਫਿਊਜ਼ਡ ਹੋ ਜਾਂਦੇ ਆ, ਨਹੀਂ ਪਤਾ ਲੱਗਦਾ ਇਸ ਦਾ ਆਨਸਰ ਸ਼੍ਰੀ ਗੁਰੂ ਰਾਮਦਾਸ ਜੀ ਆ ਜਾਂ ਸ਼੍ਰੀ ਗੁਰੂ ਅਮਰਦਾਸ ਜੀ ਆ। ਤਾਂ ਇਸ ਕਰਕੇ ਅਸੀਂ ਕੱਲੇ ਟੌਪਿਕ ਵਾਈਜ਼ ਕਵਰ ਕਰਾਂਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਅਲੱਗ ਜੋ ਇੰਪੋਰਟੈਂਟ MCQ ਬਣ ਸਕਦੇ ਆ ਉਹ ਅਸੀਂ ਕਵਰ ਕਰਾਂਗੇ। ਫਿਰ ਅਸੀਂ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ MCQ ਬਣ ਸਕਦੇ ਆ ਉਹ ਕਵਰ ਕਰਾਂਗੇ। ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਆਪਣਾ ਇੱਕ ਕਾਪੀ ਪੈਨ ਉਠਾ ਲਓ, ਉਸ ਤੇ ਤੁਸੀਂ ਇਕੱਲੇ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ, ਜਿਵੇਂ ਮੈਂ ਅੱਜ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਰਵਾਉਣਾ, ਤੁਸੀਂ ਇਹਨਾਂ ਦਾ ਜਨਮ ਲਿਖੋਗੇ, ਜਨਮ ਸਥਾਨ ਲਿਖੋਗੇ, ਫਿਰ ਮਾਤਾ ਪਿਤਾ ਦਾ ਨਾਮ, ਫਿਰ ਪਤਨੀ ਦਾ ਨਾਮ, ਫਿਰ ਇਹਨਾਂ ਦੇ ਸਪੁੱਤਰਾਂ ਦਾ ਨਾਮ, ਫਿਰ ਇਹਨਾਂ ਨੇ ਕਿਹੜੀਆਂ ਰਚਨਾਵਾਂ ਕੀਤੀਆਂ, ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ, ਇਹਨਾਂ ਨੇ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ, ਇਹਨਾਂ ਨੇ ਆਪਣੀ ਜਿਹੜੀ ਕਿਹੜੀ ਪ੍ਰਥਾ ਵਾ ਜਿਹੜੀਆਂ ਚਲਾਈਆਂ ਵਾ, ਠੀਕ ਹੈ, ਜਾਂ ਇਹਨਾਂ ਦੇ ਸਮੇਂ ਕਿਹੜੇ ਮੁਗਲ ਬਾਦਸ਼ਾਹ ਸੀ, ਇਹਨਾਂ ਦੇ ਉੱਤਰਾਧਿਕਾਰੀ ਕੌਣ ਸੀ, ਤੇ ਜੋਤੀ ਜੋਤ ਕਦੋਂ ਸਮਾਈ। ਟੋਟਲ 10 ਲਾਈਨਾਂ ਇਹ, ਠੀਕ ਹੈ। ਟੋਟਲ 10 ਲਾਈਨਾਂ ਵਾ, 10 ਫੈਕਟ ਆ ਜਿਹੜੇ ਤੁਸੀਂ ਇਹ ਨੋਟ ਕਰ ਲੈਣੇ ਆ। ਹਰੇਕ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣਗੇ ਜੇਕਰ ਤੁਸੀਂ ਇਕੱਲੇ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਮੇਰੇ ਨਾਲ ਨੋਟ ਕਰਦੇ ਜਾਓਗੇ। ਤਾਂ ਇਸ ਕਰਕੇ ਜੋ ਤੁਹਾਨੂੰ ਇਸ ਦੇ ਫਾਇਦੇ ਹੋਣਗੇ ਉਹ ਤੁਸੀਂ ਅੱਜ ਤੋਂ 2 ਸਾਲ ਬਾਅਦ ਵੀ ਕੋਈ ਕੰਪੀਟੀਟਿਵ ਐਗਜ਼ਾਮ ਦੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ ਕਿ ਹਾਂ ਅਸੀਂ ਇੱਕ ਵਾਰ ਤਿਆਰੀ ਕੀਤੀ ਸੀ, ਉਸ ਦਾ ਫਾਇਦਾ ਸਾਨੂੰ ਅੱਜ ਵੀ ਹੋ ਰਿਹਾ ਹੈ, ਠੀਕ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਹੁਣ ਅਸੀਂ ਆਪਣੀ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਕੁਐਸਚਨ ਨੰਬਰ 1, ਸਿੱਖ ਧਰਮ ਦੇ ਸੰਸਥਾਪਕ ਕੌਣ ਸੀ? ਹਾਂਜੀ, ਸਿੱਖ ਧਰਮ ਦੇ ਸੰਸਥਾਪਕ ਕੌਣ ਸੀ? ਸਿੱਖ ਧਰਮ ਦੇ ਸੰਸਥਾਪਕ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। ਹਰ ਇੱਕ ਸਟੂਡੈਂਟਸ ਨੂੰ ਖੁਦ ਆਨਸਰ ਸੋਚਣ ਦੇ ਲਈ ਮੈਂ 3 ਸੈਕਿੰਡ ਦਵਾਂਗੀ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਭਗਤੀ ਅੰਦੋਲਨ ਦੇ ਸੰਸਥਾਪਕ ਕੌਣ ਸੀ? ਹਾਂਜੀ, ਪੰਜਾਬ ਵਿੱਚ ਭਗਤੀ ਅੰਦੋਲਨ ਦੇ ਸੰਸਥਾਪਕ ਅਤੇ ਸਿੱਖ ਧਰਮ ਦੇ ਸੰਸਥਾਪਕ ਸ਼੍ਰੀ ਗੁਰੂ ਨਾਨਕ ਦੇਵ ਜੀ ਹੀ ਸੀ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ, ਵੈਰੀ ਇੰਪੋਰਟੈਂਟ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸਾਲ ਹੋਇਆ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਹੋਇਆ ਸੀ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਹੋਇਆ। ਕਿੱਥੇ ਹੋਇਆ ਸੀ? ਰਾਏ ਭੋਏ ਦੀ ਤਲਵੰਡੀ, ਜਿਹੜੀ ਕਿ ਹੁਣ ਪਾਕਿਸਤਾਨ ਦੇ ਵਿੱਚ ਆ, ਠੀਕ ਹੈ, ਨਨਕਾਣਾ ਸਾਹਿਬ ਵਿਖੇ ਹੋਇਆ। ਇਹਨਾਂ ਦੀ ਮਾਤਾ ਤੇ ਪਿਤਾ ਦਾ ਨਾਮ ਕੀ ਆ? ਇਹਨਾਂ ਦੀ ਮਾਤਾ ਦਾ ਨਾਮ ਆ ਮਾਤਾ ਤ੍ਰਿਪਤਾ ਜੀ ਤੇ ਇਹਨਾਂ ਦੇ ਪਿਤਾ ਦਾ ਨਾਮ ਆ ਪਿਤਾ ਮਹਿਤਾ ਕਾਲੂ, ਠੀਕ ਹੈ। ਕਈ ਬੁੱਕਸ ਤੇ ਤੁਹਾਨੂੰ ਮਹਿਤਾ ਕਾਲੀਆ ਦਾਸ ਬੇਦੀ ਲਿਖਿਆ ਮਿਲੇਗਾ। ਇਹਨਾਂ ਦੀ ਪਤਨੀ ਦਾ ਨਾਮ ਆ ਬੀਬੀ ਸੁਲੱਖਣੀ, ਇਹਨਾਂ ਦੇ ਸਪੁੱਤਰ ਦਾ ਨਾਮ ਆ ਬਾਬਾ ਸ਼੍ਰੀ ਚੰਦ ਅਤੇ ਲక్ష్ਮੀ ਦਾਸ, ਠੀਕ ਹੈ ਜੀ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਸ਼ਾਸਕ ਸਨ। ਕੌਣ ਸਨ?
ਬਾਬਰ ਅਤੇ ਹਮਾਯੂੰ। ज़्यादातर स्टूडेंट्स ਕੀ ਕਰਨਗੇ ਕਿ ਉੱਪਰੋਂ ਬਾਬਰ ਆਪਸ਼ਨ ਦੇ ਕੇ ਜਲਦੀ 'ਚ ਬਾਬਰ ਆਪਸ਼ਨ ਟਿਕ ਕਰ ਦੇਣਗੇ। ਇਹਨਾਂ ਸਮੇਂ 2 ਮੁਗਲ ਬਾਦਸ਼ਾਹ ਸੀ। ਤੁਸੀਂ ਤਾਂ ਆਪਸ਼ਨ ਨੂੰ ਥੋੜਾ ਧਿਆਨ ਨਾਲ ਦੇਖਣਾ, ਹੋ ਸਕਦਾ ਬਾਬਰ ਦੀ ਆਪਸ਼ਨ ਨਾ ਮਿਲੇ, ਹਮਾਯੂੰ ਦੀ ਆਪਸ਼ਨ ਆ ਜਾਏ। ਤਾਂ ਰਾਈਟ ਆਂਸਰ ਹੋਵੇਗਾ ਆਪਸ਼ਨ ਨੰਬਰ ਡੀ। ਠੀਕ ਹੈ, ਬੀ ਅਤੇ ਸੀ ਦੋਵੇਂ। ਅਗਲਾ ਪ੍ਰਸ਼ਨ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਇਹ ਸ਼ਬਦ ਕਿਸ ਨੇ ਕਹੇ? ਹਾਂਜੀ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਇਹ ਸ਼ਬਦ ਕਹੇ ਸੀ ਭਾਈ ਗੁਰਦਾਸ ਜੀ ਨੇ ਕਿ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਕੌਣ ਸਨ? ਹਾਂਜੀ, ਬਾਈ ਮਿਸਟੇਕ ਸੌਰੀ ਇਹ ਟਾਈਪ ਹੋ ਗਿਆ। ਇੱਥੇ ਤੁਹਾਨੂੰ ਇਹ ਪੁੱਛਿਆ ਗਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਕੀ ਹੈ। ਠੀਕ ਹੈ, ਇਹ ਪੁੱਛਿਆ ਗਿਆ ਇੱਥੇ ਤੁਹਾਨੂੰ, ਤੇ ਬਾਈ ਮਿਸਟੇਕ ਟਾਈਪ ਹੋ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਹੈ ਮਹਿਤਾ ਕਾਲੂ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਠੀਕ ਹੈ ਜੀ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਨਾਮ ਕੀ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਸੀ ਮਾਤਾ ਤ੍ਰਿਪਤਾ ਦੇਵੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ, ਮਾਤਾ ਤ੍ਰਿਪਤਾ ਦੇਵੀ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕਿਸ ਨਾਮ ਵਜੋਂ ਜਾਣਿਆ ਜਾਂਦਾ ਹੈ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਉਦਾਸੀਆਂ ਬੋਲਿਆ ਜਾਂਦਾ ਹੈ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਇਹ ਉਦਾਸੀਆਂ ਇਹਨਾਂ ਨੇ ਚਾਰੇ ਦਿਸ਼ਾਵਾਂ ਦੇ ਵਿੱਚ ਕੀਤੀਆਂ ਸੀ। ਠੀਕ ਹੈ ਜੀ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕਿਸ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀ? ਹਾਂਜੀ, ਸਥਾਪਨਾ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ। ਕਿਸੇ ਵੀ ਗੁਰੂ ਸਾਹਿਬਾਨ ਨਾਲ ਆ ਸਕਦਾ ਕਿ ਕਿਹੜੇ ਗੁਰੂ ਜੀ ਨੇ, ਠੀਕ ਹੈ, ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਸੀ। ਕੋਈ ਵੀ ਗੁਰੂ ਸਾਹਿਬਾਨ ਨਾਲ ਤੁਹਾਨੂੰ ਪੁੱਛਿਆ ਜਾ ਸਕਦਾ ਕਿਸੇ ਵੀ ਸਥਾਨ ਦਾ ਨਾਮ ਦੇ ਕੇ, ਕਿਉਂਕਿ ਸਾਰੇ ਹੀ ਗੁਰੂ ਸਾਹਿਬਾਨ ਜੀ ਨੇ ਕਿਸੇ ਨਾ ਕਿਸੇ ਸ਼ਹਿਰ ਦੀ ਸਥਾਪਨਾ ਕੀਤੀ ਸੀ। ਤਾਂ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਡੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਥਾਪਨਾ ਕੀਤੀ ਸੀ ਕਰਤਾਰਪੁਰ ਦੀ, ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਆ, ਤੇ ਇੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਬਤੀਤ ਕੀਤਾ ਸੀ। ਤੇ ਹਰੇਕ ਉਦਾਸੀ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਆਉਂਦੇ ਸੀ। ਜਿਵੇਂ ਪਹਿਲੀ ਉਦਾਸੀ ਜਦੋਂ ਖਤਮ ਹੋਈ ਸੀ, ਦੂਜੀ ਸ਼ੁਰੂ ਕਰਨੀ ਸੀ, ਦੂਜੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਰਤਾਰਪੁਰ ਆਉਂਦੇ ਸੀ। ਅਗਲਾ ਪ੍ਰਸ਼ਨ, ਸੰਗਤ ਦੀ ਧਾਰਨਾ ਕਿਸ ਨੇ ਸਥਾਪਿਤ ਕੀਤੀ? ਹਾਂਜੀ, ਸੰਗਤ ਦੀ ਧਾਰਨਾ ਤੇ ਲੰਗਰ ਦੀ ਪ੍ਰਥਾ ਕਿਹਨਾਂ ਨੇ ਸਥਾਪਿਤ ਕੀਤੀ ਸੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਹੈ ਜੀ, 12ਵਾਂ ਕਿਸ ਗੁਰੂ ਦੀ ਰਚਨਾ ਹੈ? ਹਾਂਜੀ, 12ਵਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇੰਪੋਰਟੈਂਟ ਰਚਨਾਵਾਂ ਨੇ ਜਪਜੀ ਸਾਹਿਬ, ਆਸਾਂ ਦੀ ਵਾਰ, ਏਕ ਓਮਕਾਰ, ਸਿੰਧ ਗੋਸ਼ਟ, 12ਵਾਂ। ਤੇ 12ਵਾਂ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਕਰਤਾਰਪੁਰ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਆ, ਇਹ ਕਿਹੜੀ ਨਦੀ ਤੇ ਸਥਿਤ ਆ? ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਜੋ ਬਿਆਸ ਸਤਲੁਜ ਨਦੀ ਆ ਇਹ ਤਾਂ ਇਸ ਟਾਈਮ ਪੰਜਾਬ ਦੇ ਵਿੱਚ ਹੀ ਆ, ਪਰ ਜਿਹੜੀ ਰਾਵੀ ਨਦੀ ਆ ਇਹ ਅੱਧੀ ਪੰਜਾਬ 'ਚ ਆ ਤੇ ਅੱਧੀ ਪਾਕਿਸਤਾਨ ਦੇ ਵਿੱਚ ਵਹਿੰਦੀ ਆ। ਠੀਕ ਹੈ, ਤਾਂ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ, ਰਾਵੀ। ਜਿਹੜਾ ਕਰਤਾਰਪੁਰ ਸਾਹਿਬ ਆ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਆ, ਉਹ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ? ਰਾਵੀ ਨਦੀ ਦੇ। ਅਗਲਾ ਪ੍ਰਸ਼ਨ ਆ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਮ ਕੀ ਸਨ? ਹਾਂਜੀ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ ਸੀ ਤੇ ਇਹਨਾਂ ਦੇ ਘਰ 2 ਪੁੱਤਰਾਂ ਨੇ ਜਨਮ ਲਿਆ। ਪਹਿਲੇ ਪੁੱਤਰ ਆ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਅਤੇ ਦੂਸਰੇ ਪੁੱਤਰ ਦਾ ਨਾਮ ਆ ਬਾਬਾ ਲਖਮੀ ਦਾਸ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੈ। ਠੀਕ ਹੈ ਜੀ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ। ਅਗਲਾ ਪ੍ਰਸ਼ਨ ਆ, ਜਪਜੀ ਸਾਹਿਬ ਦੀ ਰਚਨਾ ਕਿਸ ਨੇ ਕੀਤੀ? ਹਾਂਜੀ, ਸਾਨੂੰ ਸਭ ਨੂੰ ਹੀ ਪਤਾ ਕਿ ਜਪਜੀ ਸਾਹਿਬ। ਅੱਛਾ, ਇੱਕ ਤੁਸੀਂ ਇਹ ਦੇਖਿਆ ਲਿਖਿਆ ਹੋਣਾ ਜਾਪ ਸਾਹਿਬ। ਠੀਕ ਹੈ, ਜਾਪ ਸਾਹਿਬ ਦੀ ਰਚਨਾ ਕਿਹਨਾਂ ਨੇ ਕੀਤੀ ਸੀ? ਇਹ ਕੀਤੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਤੇ ਜਪਜੀ ਸਾਹਿਬ ਦੀ ਰਚਨਾ ਕੀਤੀ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਇਸ ਗੱਲ 'ਚ ਧਿਆਨ ਰੱਖਣਾ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਵਿੱਚ ਕਿਸ ਰਾਜਵੰਸ਼ ਦਾ ਰਾਜ ਸੀ? ਹਾਂਜੀ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਸਮੇਂ ਪੰਜਾਬ ਦੇ ਵਿੱਚ ਲੋਧੀ ਖਾਨਦਾਨ ਦਾ ਰਾਜ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਠੀਕ ਹੈ, ਲੋਧੀ ਖਾਨਦਾਨ। ਅਗਲਾ ਪ੍ਰਸ਼ਨ ਹੈ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਸੀ
जो उन्होंने ज्ञान प्राप्त होया सी काली बेई नदी दे विचों, ठीक है, वो लोप रहे सी श्री गुरु नानक देव जी काली बेई नदी दे विच। ते 3 दिनों बाद उन्होंने जदों बाहर आए सी तो उन्होंने मूहों ये शब्द निकले सी, ना कोई हिंदू ना कोई मुसलमान। ये ज्ञान का प्रचार करने लई उन्होंने उदासियां कीतियां सी। ऑप्शन बी इज़ द राइट आंसर। प्राप्त ज्ञान का प्रचार करना, ठीक है, श्री गुरु नानक देव जी दीयां उदासियां का मुख्य उद्देश्य सी। अगला प्रश्न, किस गुरु ने कीर्तन प्रथा आरंभ की? वेरी इंपॉर्टेंट। हाँ जी, श्री गुरु नानक देव जी ने कीर्तन की प्रथा आरंभ की सी। ऑप्शन नंबर सी इज़ द राइट आंसर। अगला प्रश्न, श्री गुरु नानक देव जी ने किस स्थान पर ज्ञान प्राप्त किया? हाँ जी, मैं तुहानूं ऑलरेडी दस चुकी हाँ कि श्री गुरु नानक देव जी ने स्थान किहड़े स्थान पर ज्ञान प्राप्त किया सी? काली बेई नदी दे, ठीक है, इत्थे होना काली बेई, काली बेई नदी के स्थान पर श्री गुरु नानक देव जी ने ज्ञान प्राप्त किया सी। ऑप्शन नंबर ए इज़ द राइट आंसर। अगला प्रश्न, उदासियां की शुरुआत करन ते श्री गुरु नानक देव जी ने सब तो पहला किहड़ी जगह की यात्रा की? हाँ जी, श्री गुरु नानक देव जी ने जदों उदासियां की शुरुआत की सी तां इन्हां ने सब तो पहला यात्रा की सी सैदपुर की। ऑप्शन नंबर सी इज़ द राइट आंसर, सैदपुर। अगला प्रश्न, जो गुरु नानक देव जी के फलसफे नूं मनदे हन उन्हां नूं हेठ लिखियां विचों किस नाम नाल जाणिया जांदा है? हाँ जी, जिहड़े श्री गुरु नानक देव जी के फलसफे नूं मनदे आ उन्हां नूं सिखां दे नाम नाल जाणिया जांदा, सिख दे नाम नाल जाणिया जांदा। ऑप्शन ए इज़ द राइट आंसर। अगला प्रश्न, सिख गुरुआं लई गुरुगद्दी की रस्म किसने आरंभ की? जिवें कि तुहानूं पता है श्री गुरु नानक देव जी ने अपना उत्तराधिकारी जां अपनी गुरगद्दी है जिहड़ी किन्हां नूं सौंपी सी? श्री गुरु अंगद देव जी नूं। तां फिर किन्हां ने कीती सिख गुरुआं लई गुरगद्दी की रस्म आरंभ? श्री गुरु नानक देव जी ने कीती सी। ऑप्शन नंबर बी इज़ द राइट आंसर। अगला प्रश्न, श्री गुरु नानक देव जी ने अपने जीवन का आखिरी समा कित्थे बिताया? मैं तुहानूं ऑलरेडी दस चुकी हाँ, श्री गुरु नानक देव जी ने करतारपुर साहिब की स्थापना की सी ते इन्हां ने अपने जीवन का आखिरी समा करतारपुर दे विच ही बसाया। ऑप्शन डी इज़ द राइट आंसर। अगला प्रश्न, श्री गुरु नानक देव जी ने किस उदासी के दौरान मान सरोवर झील की यात्रा की? हाँ जी, श्री गुरु नानक देव जी ने 4 उदासियां कीतियां सी, ठीक है, तो इन्हां ने तीजी उदासी दे दौरान मान सरोवर झील की यात्रा की सी। ऑप्शन नंबर सी इज़ द राइट आंसर। अगला प्रश्न, श्री गुरु नानक देव जी ने कदों अकाल चलाना किया? हाँ जी, श्री गुरु नानक देव जी ने अकाल चलाना कदों किया? 1539 ईस्वी दे विच ते कित्थे सी उस टाइम यह? करतारपुर विच। ऑप्शन बी इज़ द राइट आंसर। अगला प्रश्न, मलिक भागो कौन सी? हाँ जी, मलिक भागो कौन सी? शहर का मुख अमीर आदमी सी मलिक भागो। ऑप्शन नंबर सी इज़ द राइट आंसर। हाँ जी, अगला प्रश्न, भाई लालो कौन सी? भाई लालो कौन सी? भाई लालो एक तरखान सी। ऑप्शन नंबर सी डी इज़ द राइट आंसर, तरखान, ठीक है, भाई लालो एक तरखान सी, ये तुसीं याद रखना। तो इस तो इलावा अगला प्रश्न असीं करते हैं जी, श्री गुरु नानक देव जी मलिक भागो ते भाई लालो नूं कित्थे मिले सन? श्री गुरु नानक देव जी पहली उदासी दे विच मलिक भागो अते भाई लालो नूं मिले सी। ऑप्शन नंबर सी इज़ द राइट आंसर, शहादपुर। अगला प्रश्न है जी, कामरूप सूबे का आधुनिक नाम की सी? हाँ जी, कामरूप सूबे का आधुनिक नाम सी, सूबे का मतलब की होंदा? राज, प्रांत जिन्हों असीं बोल दिंदे हां। तां कामरूप सूबा वा जिहड़ा इहदा आधुनिक नाम की आ? तां इसदा आधुनिक नाम आ जी असम। ये ध्यान च रखना, पुछया जा सकदा कि असम नूं पहलां की बोलिया जांदा सी, तां याद रखना कामरूप सूबा बोलिया जांदा सी, ठीक है जी। अगला प्रश्न, श्री गुरु नानक देव जी सज्जन ठग नूं कित्थे मिले सन? हाँ जी, सज्जन ठग नूं श्री गुरु नानक देव जी तालुंबा दे विच मिले सी। ऑप्शन नंबर सी इज़ द राइट आंसर। अगला प्रश्न, गोरख मता का आधुनिक नाम की है? हाँ जी, गोरख मता का आधुनिक नाम आ नानक मत। ऑप्शन बी इज़ द राइट आंसर। अगला प्रश्न जी, मानस की जात सबे एक पहचानवो, ये शब्द किस महान शख्सियत दे हन? हाँ जी, मानस की जात सबे एक पहचानवो, यह
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਆ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਚੇਲਾ ਬਣਨ ਦਾ ਮਾਣ ਕਿਸ ਨੇ ਪ੍ਰਾਪਤ ਕੀਤਾ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਲੇ ਚੇਲੇ ਕੌਣ ਬਣੇ ਸਨ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ, ਭਾਈ ਲਾਲੋ। ਭਾਈ ਲਾਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਚੇਲੇ ਬਣੇ ਸੀ। ਠੀਕ ਹੈ। ਅਗਲਾ ਪ੍ਰਸ਼ਨ, ਗੁਰਦੁਆਰੇ ਦੀ ਧਾਰਨਾ ਕਿਸ ਨੇ ਸਥਾਪਿਤ ਕੀਤੀ? ਗੁਰਦੁਆਰੇ ਦੀ ਧਾਰਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਥਾਪਿਤ ਕੀਤੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਗੁਰੂ ਦੇ ਦੁਆਰੇ ਬੈਠ ਕੇ ਗਿਆਨ ਕਰਨਾ, ਜਾਂ ਆਪਾਂ ਕਹਿ ਸਕਦੇ ਹਾਂ ਗੁਰੂ ਦੇ ਦੁਆਰੇ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਣਾ। ਠੀਕ ਹੈ, ਇਸ ਦਾ ਅਰਥ ਇਹ ਸੀ। ਅਗਲਾ ਪ੍ਰਸ਼ਨ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਇਹ ਵਾਕ ਕਿਸ ਧਰਮ ਨਾਲ ਸੰਬੰਧਿਤ ਆ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਾਲੀ ਬੇਈ ਨਦੀ ਦੇ ਵਿੱਚ ਗਿਆਨ ਪ੍ਰਾਪਤ ਹੋਇਆ ਸੀ ਕਿ ਨਾ ਕੋਈ ਹਿੰਦੂ ਆ ਨਾ ਕੋਈ ਮੁਸਲਮਾਨ, ਤਾਂ ਇਹ ਵਾਕ ਸਿੱਖ ਧਰਮ ਦੇ ਨਾਲ ਰਿਲੇਟਿਡ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ, ਇਹ ਸ਼ਬਦ ਕਿਹੜੇ ਗੁਰੂ ਸਾਹਿਬਾਨ ਨੇ ਕਹੇ? ਹਾਂਜੀ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ, ਇਹ ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਹੇ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਹੈ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਨਿਯੁਕਤ ਕੀਤਾ ਸੀ, ਤੇ ਉਹਨਾਂ ਦਾ ਪੁਰਾਣਾ ਨਾਮ ਜਾਂ ਆਪਾਂ ਕਹਿ ਸਕਦੇ ਹਾਂ ਪਹਿਲਾ ਨਾਮ ਸੀ ਭਾਈ ਲਹਿਣਾ ਜੀ। ਠੀਕ ਹੈ, ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਸੀ ਭਾਈ ਲਹਿਣਾ ਜੀ, ਤੇ ਇਸ ਕਰਕੇ ਇੱਥੇ ਭਾਈ ਲਹਿਣਾ ਜੀ ਲਿਖਿਆ। ਤੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਸੀ ਭਾਈ ਜੇਠਾ ਜੀ। ਇਸ ਗੱਲ ਦਾ ਧਿਆਨ ਰੱਖਣਾ। ਅਗਲਾ ਪ੍ਰਸ਼ਨ, ਹਾਂਜੀ, ਸੱਚਾ ਸੌਦਾ ਦੀ ਘਟਨਾ ਦਾ ਕੀ ਸਿੱਟਾ ਨਿਕਲਿਆ? ਹਾਂਜੀ, ਸੱਚੇ ਸੌਦੇ ਦੀ ਘਟਨਾ ਦਾ ਸਿੱਟਾ ਨਿਕਲਿਆ ਸੀ ਭੁੱਖੇ ਭਿਕਸ਼ੂਆਂ ਨੂੰ ਭੋਜਨ ਦੇਣਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਹੈ ਜੀ, ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਸਿਧਾਂਤ ਕਿਸ ਨੇ ਦਿੱਤਾ? ਹਾਂਜੀ, ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਸਿਧਾਂਤ ਦਿੱਤਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਕਿਹੜਾ ਮਾਰਗ ਉਚਿਤ ਮੰਨਿਆ ਗਿਆ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਜੇਕਰ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਨਾਮ ਜਪਣਾ ਪੈਣਾ। ਠੀਕ ਹੈ, ਕਿਹੜਾ ਨਾਮ ਮਾਰਗ ਉਹਨਾਂ ਨੇ ਦੱਸਿਆ? ਨਾਮ ਜਪਣਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਮੁਗਲ ਸ਼ਾਸਕ ਬਾਬਰ ਨੇ ਕਿਸ ਹਮਲੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਬੰਦੀ ਬਣਾਏ ਸਨ? ਹਾਂਜੀ, ਮੁਗਲ ਸ਼ਾਸਕ ਬਾਬਰ ਇਹਨਾਂ ਨੇ ਆਪਣੇ ਤੀਜੇ ਹਮਲੇ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਬੰਦੀ ਬਣਾਏ ਸੀ। ਤੀਜੀ ਲੜਾਈ ਕਿਹੜੀ ਸੀ ਇਹਨਾਂ ਦੀ? ਇਹ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਲਿਖਣਾ। ਠੀਕ ਹੈ, ਤੇ ਮੁਗਲ ਸ਼ਾਸਕ ਬਾਬਰ ਨੇ ਤੀਜੇ ਹਮਲੇ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਬੰਦੀ ਬਣਾਏ। ਅਗਲਾ ਪ੍ਰਸ਼ਨ, ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਉਣ ਤੋਂ ਬਾਅਦ ਕਿੱਥੇ ਕੈਦ ਕੀਤਾ ਸੀ? ਹਾਂਜੀ, ਬਾਬਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਉਣ ਤੋਂ ਬਾਅਦ ਸ਼ਿਆਦਪੁਰ ਦੇ ਵਿੱਚ ਕੈਦ ਕੀਤਾ ਸੀ। ਹੁਣ ਤੁਹਾਨੂੰ ਇਹ ਵੀ ਆ ਸਕਦਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਕਿਹੜੀ ਉਦਾਸੀ ਦੇ ਸਮੇਂ ਬੰਦੀ ਬਣਾਇਆ? ਤਾਂ ਪਹਿਲੀ ਉਦਾਸੀ ਲਿਖੋਗੇ। ਠੀਕ ਹੈ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲਿਆਂ ਦਾ ਜ਼ਿਕਰ ਆਪਣੀ ਕਿਹੜੀ ਰਚਨਾ ਵਿੱਚ ਕੀਤਾ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲਿਆਂ ਦਾ ਜਿਹੜਾ ਜ਼ਿਕਰ ਆ ਉਹ ਬਾਬਰ ਦੀ ਬਾਣੀ ਦੇ ਵਿੱਚ ਕੀਤਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ। ਅਗਲਾ ਪ੍ਰਸ਼ਨ ਹੈ ਜੀ, ਚੈਤਨਿਆ ਪ੍ਰਭੂ ਅਤੇ ਗੁਰੂ ਨਾਨਕ ਦੇਵ ਜੀ ਕਿਹੜੀ ਉਦਾਸੀ ਦੇ ਦੌਰਾਨ ਮਿਲੇ? ਹਾਂਜੀ, ਚੈਤਨਿਆ ਪ੍ਰਭੂ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਹੜੀ ਉਦਾਸੀ ਦੇ ਸਮੇਂ ਮਿਲੇ ਸੀ? ਪਹਿਲੀ ਉਦਾਸੀ ਦੇ ਸਮੇਂ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸਿੱਖ ਇਤਿਹਾਸ ਵਿੱਚ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਿੱਥੇ ਕੀਤੀ ਗਈ? ਹਾਂਜੀ, ਸਿੱਖ ਇਤਿਹਾਸ ਦੇ ਵਿੱਚ ਪਹਿਲੇ ਗੁਰਦੁਆਰੇ ਦੀ ਸਥਾਪਨਾ ਕੀਤੀ ਗਈ ਸੀ ਕਰਤਾਰਪੁਰ ਦੇ ਵਿੱਚ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ, ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸ਼ਾਸਕ ਕੌਣ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸ਼ਾਸਕ ਸੀ ਸਿਕੰਦਰ ਲੋਧੀ, ਇਬਰਾਹਿਮ ਲੋਧੀ, ਬਾਬਰ ਜਾਂ ਉਪਰੋਕਤ ਸਾਰੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਅਦ ਦੇਖੋ ਸਮਕਾਲੀ ਸ਼ਾਸਕ ਸੀਗੇ ਜਿਹੜੇ ਇਹਨਾਂ ਦੇ ਸਮੇਂ ਸਿਕੰਦਰ ਲੋਧੀ ਵੀ ਸੀਗਾ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਇਬਰਾਹਿਮ ਲੋਧੀ ਵੀ ਸੀ ਤੇ ਬਾਬਰ ਵੀ ਸੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ, ਉਪਰੋਕਤ ਸਾਰੇ। ਅਗਲਾ ਪ੍ਰਸ਼ਨ ਹੈ ਜੀ,
हाँ जी, किहड़ी उदासी दौरान श्री गुरु नानक देव जी ने सब तो वध समा बतीत किया? हाँ जी, श्री गुरु नानक देव जी ने पहली उदासी दौरान सब तो वध समा बतीत किया। ऑप्शन नंबर ए इज़ द राइट आंसर। पहली उदासी श्री गुरु नानक देव जी ने कदों की सी? पहली उदासी की जे असीं गल करिए तो ये श्री गुरु नानक देव जी ने 1499 तो 1510 ईस्वी दे विच आरंभ 1499 च आरंभ की सी, ठीक है। 1510 दे विच खत्म करती सी। जे आपां कह सकते हैं उन्हां दे नाल भाई मरदाना जी सीगे ते ये उदासी उन्होंने पूर्वी भारत वल की सी, पूर्वी भारती वल गए सी इस उदासी दे विच ओह, ठीक है। तो कित्थों शुरू की सी? शहादपुर तो शुरू की सी ते 1510 विच ओह मथुरा हुंदे होए वापस मुड़ आए सी करतारपुर, ठीक है। फिर असीं गल करिए दूजी उदासी दी, तो दूजी उदासी श्री गुरु नानक देव जी ने 1510 तो 1510 तो 1515 1510 तो 1515 ईस्वी दे विच कीती, ठीक है। तीसरी उदासी श्री गुरु नानक देव जी ने 1515 तो 1517 ईस्वी दे विच कीती। चौथी उदासी 1517 तो 1521 ईस्वी तक की। इस गल का ध्यान रखना। हुण तुहानूं किसी भी उदासी बारे कुछ भी आ सकता वा, ठीक है। कोई भी MCQ बन के आ सकता कि तीजी उदासी कदों आरंभ की सी। इस तरह श्री गुरु नानक देव जी दीयां उदासियां बारे जानकारी का मुख्य स्रोत की है? हाँ जी, श्री गुरु नानक देव जी दीयां उदासियां दा जानकारी बारे जिहड़ा मुख्य उद्देश आ वो है जी महिमा प्रकाश। ऑप्शन नंबर ए इज़ द राइट आंसर, ठीक है जी। इस गल का तुसीं ध्यान रखना। हाँ जी, जेकर इत्थे तक वीडियो चंगी लगी है तो प्लीज़ वीडियो का लिंक जिन्ना हो सके वध तो वध शेयर जरूर कर देना। अगे आ उदासियां वेले श्री गुरु नानक देव जी का साथी कौन सी? हाँ जी, जदों गुरु नानक देव जी ने उदासियां कर रहे सी तो इन्हां दे साथी कौन सन? भाई वाला जी अते भाई मरदाना जी। ऑप्शन नंबर डी इज़ द राइट आंसर। अगला प्रश्न, श्री गुरु नानक देव जी अते चैतन्य प्रभु कित्थे मिले सन? हाँ जी, श्री गुरु नानक देव जी अते चैतन्य प्रभु आ जिहड़े ये मिले सी जगन्नाथपुरी। ऑप्शन नंबर बी इज़ द राइट आंसर। पहली उदासी के दौरान मिले सी ये। अगला प्रश्न, श्री गुरु नानक देव जी का जन्म किस सदी दे विच होया सी? हाँ जी, श्री गुरु नानक देव जी का जन्म किहड़ी सदी दे विच होया? देखो, श्री गुरु नानक देव जी का जन्म होया सी 1469 दे विच। जिहड़ी सदी आ, जेकर आपां गल करिए ये जिहड़ी सदी है 15वीं सदी आ। किहड़ी आ ये? 15वीं सदी, ठीक है। ये तुसीं ध्यान रखना, ये 15वीं सदी आ। जिहड़ी 15वीं सदी आ कित्थों शुरू हुई सी? वो सदी 1401 तो 1500 तक, इनू असी 15वीं सदी बोलते हैं। जिहड़ी सदी 1501 तो लैके 1600 तक रही उन्होंने असी 16वीं बोलांगे, ठीक है। इस गल का ध्यान रखना। अगला प्रश्न, किस पंडित नूं श्री गुरु नानक देव जी ने जनेऊ की रस्म पूरी करने लई बुलाया सी? हाँ जी, किस पंडित नूं श्री गुरु नानक देव जी के जनेऊ की रस्म पूरी करने लई बुलाया गया सी? तो ये राइट आंसर है जी ऑप्शन नंबर बी, पंडित हरदयाल नूं। ऑप्शन बी इज़ द राइट आंसर है, ठीक है जी। अगला प्रश्न, श्री गुरु नानक देव जी का समकाली कौन सी? चैतन्य प्रभु, इसी असी गल की है, ठीक है। संत कबीर भी इन्हां दे समय सी ते बल्लभ आचार्य भी इन्हां दे समय सी। तो राइट आंसर है ऑप्शन नंबर डी, उपरोक्त सारे। अगला प्रश्न है जी, उलेमा कौन सी? हाँ जी, उलेमा कौन सी? तो उलेमा कौन सी जी? उलेमा सी इस्लाम के धार्मिक आगू। ऑप्शन नंबर सी इज़ द राइट आंसर। इस्लाम के धार्मिक आगू सी उलेमा। अगला प्रश्न, किस उदासी दौरान श्री गुरु नानक देव जी ने मक्का ते मदीना की यात्रा की? हाँ जी, मक्का मदीना बारे तुसीं बहुत सुनिया होना। तो यदी यात्रा श्री गुरु नानक देव जी ने चौथी उदासी के समय की सी, ठीक है जी। मक्का मदीना की चौथी उदासी उन्होंने मुल्तानपुर, हिंगलांज, मदीना, बगदाद, कंधार, काबुल, जलालाबाद, सुल्तानपुर, पेशावर और शहादपुर की यात्रा की सी, ठीक है, चौथी उदासी च। ऑप्शन डी इज़ द राइट आंसर। अगला प्रश्न, रवाब की है? हाँ जी, रवाब की आ? एक संगीत यंत्र। रवाब एक की आ? संगीत बजाउण वाला यंत्र आ। अगला प्रश्न, रवाब बजाउंदे कौन सी? भाई मरदाना जी। अगला प्रश्न है जी,
ਅੰਜਨ ਮਾਹੇ ਨਿਰੰਜਨ ਰਹੀਏ, ਜੋਤ ਜੁਗਤ ਇਵ ਪਾਈਏ ਦਾ ਸਿਧਾਂਤ ਕਿਸ ਨੇ ਦਿੱਤਾ? ਤਾਂ ਇਹ ਸਿਧਾਂਤ ਦਿੱਤਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੌਲਤ ਖਾਂ ਲੋਧੀ ਦੇ ਸੇਵਕ ਵਜੋਂ ਕਿੱਥੇ ਕੰਮ ਕਰਦੇ ਸਨ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੌਲਤ ਖਾਂ ਲੋਧੀ ਦੇ ਸੇਵਕ ਵਜੋਂ ਸੁਲਤਾਨਪੁਰ ਦੇ ਵਿੱਚ ਲੋਧੀ ਖਾਨੇ ਦੇ ਵਿੱਚ ਕੰਮ ਕਰਦੇ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੋਨੀ ਸੈਭਨ, ਇਹ ਸ਼ਬਦ ਕਿਸ ਗੁਰੂ ਦੇ ਹਨ? ਤਾਂ ਇਹ ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹਨ। ਠੀਕ ਹੈ, ਸੌਰੀ ਬਾਈ ਮਿਸਟੇਕ ਇੱਥੇ ਟਾਈਪ ਨਹੀਂ ਹੋਇਆ, ਸ਼੍ਰੀ ਗੁਰੂ ਨਾਨਕ ਦੇਵ ਜੀ। ਠੀਕ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆ ਇਹ ਸ਼ਬਦ। ਠੀਕ ਹੈ, ਇਹ ਮੂਲ ਮੰਤਰ ਬੋਲ ਦਿੰਨੇ ਆ ਅਸੀਂ ਇਹ ਬਾਣੀ ਨੂੰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਆਧੁਨਿਕ ਨਾਮ ਕੀ ਆ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਆਧੁਨਿਕ ਨਾਮ ਕੀ ਆ? ਜਿਹੜੇ ਵੀ ਸਟੂਡੈਂਟਸ ਨੂੰ ਪਤਾ, ਉਮੀਦ ਕਰਦੀ ਹਾਂ ਕਿ ਇਸ ਦਾ ਆਨਸਰ ਤੁਹਾਨੂੰ ਸਭ ਨੂੰ ਪਤਾ ਹੋਣਾ, ਨਨਕਾਣਾ ਸਾਹਿਬ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਪੇਸ਼ਾ ਕੀ ਸੀ? ਕਿੱਤਾ। ਹਾਂਜੀ, ਕਿੱਤਾ ਕੀ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਪਟਵਾਰੀ ਸੀ। ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ। ਠੀਕ ਹੈ ਜੀ, ਪਟਵਾਰੀ। ਅਗਲਾ ਪ੍ਰਸ਼ਨ, ਗੋਰਖ ਮੱਠ ਕਿੱਥੇ ਹੈ? ਹਾਂਜੀ, ਗੋਰਖ ਮੱਠ ਉੱਤਰਾਖੰਡ ਦੇ ਵਿੱਚ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਉੱਤਰਾਖੰਡ। ਅਗਲਾ ਪ੍ਰਸ਼ਨ, ਸੰਗਤ ਅਤੇ ਪੰਗਤ ਦੀ ਨੀਂਹ ਕਿੱਥੇ ਰੱਖੀ ਗਈ ਸੀ? ਹਾਂਜੀ, ਦੇਖੋ ਹੁਣ ਸੰਗਤ ਪੰਗਤ ਬਾਰੇ ਤਾਂ ਸਭ ਨੂੰ ਪਤਾ ਵੀ ਇਹ ਨੀਂਹ ਕਿਸ ਨੇ ਰੱਖੀ ਸੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਤੇ ਕਿੰਨਾ ਘੁਮਾ ਫਿਰਾ ਕੇ ਪਾਇਆ ਹੋਇਆ MCQ ਕਿ ਸੰਗਤ ਪੰਗਤ ਦੀ ਨੀਂਹ ਰੱਖੀ ਕਿੱਥੇ ਗਈ ਸੀ? ਤਾਂ ਰੱਖੀ ਗਈ ਸੀ ਜੀ ਕਰਤਾਰਪੁਰ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਦਿੱਲੀ ਦੇ ਸ਼ਾਸਕ ਸੀ ਬਹਿਲੋਲ ਲੋਧੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਬਹਿਲੋਲ ਲੋਧੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਿੱਲੀ ਦੇ ਸ਼ਾਸਕ ਸੀ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਮੁਸਲਿਮ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਮੁਸਲਿਮ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ? 2 ਦੇ ਵਿੱਚ। ਤੇ ਉਹ ਕਿਹੜੀਆਂ ਸੀ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ, ਕਿਉਂਕਿ ਇਹ ਸਾਨੂੰ ਅਕਸਰ ਹੀ 6ਵੀਂ ਤੋਂ ਲੈ ਕੇ 10ਵੀਂ ਤੱਕ ਅਸੀਂ ਪੜ੍ਹਿਆ ਹੋਣਾ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਮੁੱਖ ਧਰਮ ਕਿਹੜਾ ਸੀ? ਤਾਂ ਇਸ ਦਾ ਆਨਸਰ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪ੍ਰਕਾਸ਼ ਸਮੇਂ ਹਿੰਦੂ ਧਰਮ ਅਤੇ ਇਸਲਾਮ ਧਰਮ ਜ਼ਿਆਦਾ ਸੀ, ਜ਼ਿਆਦਾ ਕਹਿ ਸਕਦੇ ਆਪਾਂ ਫੇਮਸ ਸੀ। ਆਪਸ਼ਨ ਏ ਡੀ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ। ਅਗਲਾ ਪ੍ਰਸ਼ਨ, ਹਿੰਦੂ ਸਮਾਜ ਵਿੱਚ ਜਨੇਊ ਪਹਿਨਣ ਦੀ ਰਸਮ ਕਦੋਂ ਕੀਤੀ ਜਾਂਦੀ ਹੈ? ਹਾਂਜੀ, ਹਿੰਦੂ ਸਮਾਜ ਦੇ ਵਿੱਚ ਜਨੇਊ ਪਹਿਨਣ ਦੀ ਰਸਮ ਬਚਪਨ ਦੇ ਵਿੱਚ ਕੀਤੀ ਜਾਂਦੀ ਆ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਹੈ ਜੀ, ਜਨੇਊ ਕੀ ਹੈ? ਹਾਂਜੀ, ਜਨੇਊ ਕੀ ਆ? ਜਨੇਊ? ਜਨੇਊ ਇੱਕ ਸੂਤੀ ਧਾਗਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਕਿਹੜੇ ਸਥਾਨ ਦਾ ਨਾਮ ਪੰਜਾ ਸਾਹਿਬ ਰੱਖਿਆ ਗਿਆ ਸੀ? ਹਾਂਜੀ, ਕਿਹੜੇ ਸਥਾਨ ਦਾ ਨਾਮ ਪੰਜਾ ਸਾਹਿਬ ਰੱਖਿਆ ਗਿਆ ਸੀ? ਹਸਨ ਅਬਦਲ ਦਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਹਸਨ ਅਬਦਲ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਸਮੇਂ ਪੰਜਾਬ ਦਾ ਨਾਮ ਕੀ ਸੀ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦਾ ਨਾਮ ਸੀ ਟੱਕ ਪ੍ਰਦੇਸ਼ ਵੀ ਬੋਲ ਦਿੱਤਾ ਜਾਂਦਾ ਸੀ। ਯੂਨਾਨੀਆਂ ਨੇ ਪੈਂਟਾਪੋਟਾਮੀਆ ਦਾ ਨਾਮ ਦੇ ਦਿੱਤਾ ਸੀ। ਲਾਹੌਰ ਵੀ ਪੰਜਾਬ ਨੂੰ ਹੀ ਬੋਲਿਆ ਜਾਂਦਾ ਸੀ, ਕਿਉਂਕਿ ਲਾਹੌਰ ਬਹੁਤ ਫੇਮਸ ਸੀ ਵਪਾਰ ਦੇ ਲਈ ਉਹਨਾਂ ਸਮਿਆਂ ਦੇ ਵਿੱਚ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ, ਉਪਰੋਕਤ ਸਾਰੇ। ਅਗਲਾ ਪ੍ਰਸ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਕਿੰਨੀਆਂ ਬਾਣੀਆਂ ਹਨ? ਹਾਂਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ 974 ਬਾਣੀਆਂ ਨੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਅਗਲਾ ਟੌਪਿਕ ਆ ਜਿਹੜਾ ਅਸੀਂ ਉਹ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਰਿਲੇਟਿਡ ਕਰਾਂਗੇ। ਠੀਕ ਹੈ, ਸ਼੍ਰੀ ਗੁਰੂ ਅੰਗਦ ਦੇਵ ਜੀ ਜੋ ਕਿ ਸਿੱਖਾਂ ਦੇ ਦੂਜੇ ਗੁਰੂ ਸਨ
ਤੇ ਉਹਨਾਂ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ MCQ ਬਣ ਸਕਦੇ ਆ ਉਹ ਅਸੀਂ ਸਾਰੇ ਕਵਰ ਕਰਾਂਗੇ। ਠੀਕ ਹੈ ਜੀ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੁਣ। ਤੇ ਇਹ ਇੰਪੋਰਟੈਂਟ MCQ ਸੀ ਤੁਹਾਡੇ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਡ, ਜਿਹੜੇ ਕਿ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣਗੇ ਤੁਹਾਡੇ ਲਈ ਕੰਪੀਟੀਟਿਵ ਐਗਜ਼ਾਮ ਦੇ ਲਈ। ਤੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਰਿਲੇਟਡ MCQ ਬਣ ਸਕਦੇ ਆ, ਜਾਂ ਜਿਹੜੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋਏ MCQ ਵੀ ਅਸੀਂ ਲਏਗਾ, ਉਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਣ ਵਾਲੇ ਆ। ਤੇ ਜੋ ਨੋਟਸ ਮੈਂ ਤੁਹਾਨੂੰ ਕਹੇ ਸੀ ਕਿ ਜ਼ਰੂਰ ਬਣਾ ਲੈਣਾ ਉਹ, ਠੀਕ ਹੈ। ਤੇ ਅੱਜ ਦੀ ਸਾਡੀ ਇਹ ਵੀਡੀਓ ਇੱਥੇ ਹੀ ਖਤਮ ਹੁੰਦੀ ਆ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।